ਬਾਣੀ ਦਾਦੂ ਸਾਹਿਬ ਜੀ। ਸਾਈਂ ਸਤ ਸੰਤੋਖ ਦੇ ਭਾਵ ਭਗਤੀ ਵਿਸ਼ਵਾਸ ਸਿਦਕ ਸਬੂਰੀ ਸਾਚ ਦੇ ਮੰਗੇ ਦਾਦੂ ਦਾਸ। ਸਾਈਂ ਸਤ ਸੰਤੋਖ ਦੇ ਭਾਵ ਭਗਤੀ ਵਿਸ਼ਵਾਸ ਸਿਦਕ ਸਬੂਰੀ ਸਾਚ ਦੇ ਮੰਗੇ ਦਾਦੂ ਦਾਸ। ਇਹ ਬਾਣੀ ਦਾਦੂ ਸਾਹਿਬ ਦੀ ਹੈ। ਦਾਦੂ ਸਾਹਿਬ ਜੀ ਮੁਸਲਮਾਨ ਫਕੀਰ ਹੋਏ ਹੈ, ਪਰ ਬੜੇ ਆਲਾ ਫਕੀਰ ਹੋਏ ਹੈ, ਬੜੇ ਸਹਾਰਨ ਸ਼ਕਤੀ ਦੇ ਮਾਲਕ ਹੋਏ ਹੈ। ਸੰਤਾਂ ਦੀ ਬਾਣੀ ਹਰ ਇੱਕ ਮਹਾਂਪੁਰਖ ਦੁਨੀਆ 'ਤੇ ਆਏ ਹੈ, ਉਹਨਾਂ ਦੀ ਬਾਣੀ ਜਿਹੜੀ ਹੈ ਉਹ ਸਾਨੂੰ ਸੁੱਖ ਦਾ ਰਸਤਾ ਦੱਸਦੀ ਹੈ ਕਿ ਸੁੱਖ ਸਾਨੂੰ ਕਿਹੜੇ ਰਾਹ ਮਿਲ ਸਕਦਾ ਹੈ, ਕਿਹੜੇ ਕੰਮ ਵਿੱਚੋਂ ਮਿਲ ਸਕਦਾ ਹੈ, ਕੀ ਅਸੀਂ ਕੰਮ ਕਰਾਂਗੇ ਤਾਂ ਸਾਨੂੰ ਸੁੱਖ ਮਿਲੇਗਾ। ਲੇਕਿਨ ਅਸੀਂ ਉਹਨਾਂ ਦਾ ਕਹਿਣਾ ਮੰਨਦੇ ਨਹੀਂ। ਕਈ ਵਾਰ ਹਜ਼ੂਰ ਫਰਮਾਉਂਦੇ ਹੁੰਦੇ ਸੀ ਕਿ ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਹਦੇ ਨਕਸ਼ੇ ਦੇਖਦੇ ਹੈ, ਉਸ ਬੱਚੇ ਨੂੰ ਦੇਖਦੇ ਹੈ ਕਿ ਬੱਚਾ ਕਿਹਦੇ 'ਤੇ ਗਿਆ। ਕੋਈ ਕਹਿੰਦਾ ਚਾਚੇ 'ਤੇ, ਕੋਈ ਕਹਿੰਦਾ ਤਾਏ 'ਤੇ, ਕੋਈ ਕਹਿੰਦਾ ਪਿਓ 'ਤੇ, ਕੋਈ ਕਹਿੰਦਾ ਫੁੱਫੜ 'ਤੇ। ਕਿਸੇ ਨਾ ਕਿਸੇ ਦੇ ਉਹਦਾ ਜਿਹੜਾ ਨੁਕਸਾ ਹੁੰਦਾ, ਉਹਦਾ ਚਿਹਰਾ ਹੁੰਦਾ ਹੈਗਾ। ਹਜ਼ੂਰ ਕਈ ਵਾਰ ਇਹ ਫਰਮਾਉਂਦੇ ਹੁੰਦੇ ਸੀ ਕਿ ਅਸੀਂ ਕੀ ਹੈਗੇ। ਕੁਰਾਨ ਨੂੰ ਅਸੀਂ ਨਹੀਂ ਮੰਨਿਆ, ਵੇਦਾਂ ਸ਼ਾਸਤਰਾਂ ਨੂੰ ਅਸੀਂ ਨਹੀਂ ਮੰਨਦੇ, ਗੀਤਾ ਨੂੰ ਅਸੀਂ ਨਹੀਂ ਮੰਨਦੇ, ਗ੍ਰੰਥਾਂ ਪੋਥੀਆਂ ਨੂੰ ਅਸੀਂ ਨਹੀਂ ਮੰਨਦੇ, ਫਿਰ ਅਸੀਂ ਹੋਏ ਕਿਹਦੇ ਹਾਂ? ਅਸੀਂ ਇਹਦੇ ਬਾਰੇ ਜੇ ਸੋਚਣਾ ਹੈ ਕਿ ਅਸੀਂ ਵੀ ਕਿਸੇ 'ਤੇ ਹੈਗੇ ਹਾਂ। ਮੰਨਣ ਦਾ ਮਕਸਦ ਹੈ ਕਿ ਉਹਨਾਂ ਦੇ ਅਸੂਲਾਂ ਨੂੰ ਮੰਨਣਾ ਹੈ ਕਿ ਜੋ ਕੁਛ ਉਹਨਾਂ ਨੇ ਕੀਤਾ ਸੀ ਗੱਲਾਂ ਨਹੀਂ ਕਰਨੀਆਂ। ਕਿਸੇ ਮਕਾਨ ਨੂੰ ਮਕਾਨ ਕੇ ਜੋ ਮਕਾਨ ਦੇ ਅਸੂਲ ਨੂੰ ਮੰਨੋ, ਵੇਦ ਦਾ ਅਸੂਲ ਜਿਹੜਾ ਉਹਨੂੰ ਮੰਨੋ, ਕੁਰਾਨ ਦਾ ਅਸੂਲ ਜਿਹੜਾ ਉਸ ਨੂੰ ਮੰਨੀਏ, ਗੀਤਾ ਦਾ ਅਸੂਲ ਜਿਹੜਾ ਹੈ ਉਹਨੂੰ ਮੰਨੀਏ। ਗ੍ਰੰਥਾਂ ਪੋਥੀਆਂ ਦੇ ਵੀ ਜੋ ਸੰਤਾਂ ਮਹਾਂਪੁਰਖਾਂ ਨੇ ਲਿਖਿਆ, ਜੋ ਉਹਨਾਂ ਨੇ ਕੀਤਾ ਹੈ, ਉਹਦੇ ਵੱਲ ਅਸੀਂ ਧਿਆਨ ਦੇਈਏ, ਉਹਨਾਂ ਨੂੰ ਮੰਨੀਏ। ਅਸੀਂ ਕਿਸੇ ਦੇ ਬਣੀਏ ਤੇ ਸਹੀ। ਜਦੋਂ ਅਸੀਂ ਕਿਸੇ ਚੀਜ਼ ਨੂੰ ਮੰਨਣਾ ਹੀ ਨਹੀਂ ਤੇ ਸੁੱਖ ਲੈਣਾ ਕਿੱਥੋਂ ਹੈ? ਸਾਨੂੰ ਇਹ ਇਨਸਾਨ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਬੜੇ ਦੁੱਖ ਚੱਲ ਕੇ ਮਨੁੱਖਾ ਜਨਮ ਵਿੱਚ ਆਏ ਹਾਂ। 84 ਦਾ ਚੱਕਰ ਸਾਰਾ ਭੁਗਤ ਕੇ ਫਿਰ ਅਸੀਂ ਮਨੁੱਖਾ ਜਨਮ 'ਚ ਆਏ ਹਾਂ। ਅਸੀਂ ਆਪਣੇ ਦੁੱਖਾਂ ਨੂੰ ਦੇਖ ਕੇ ਡਰ ਕੇ ਤੇ ਕੋਈ ਨੇਕ ਪਾਕ ਕੰਮ ਕਰੀਏ। ਅਸੀਂ ਆਪਣੇ ਦੁੱਖਾਂ ਨੂੰ ਦੇਖ ਕੇ ਨੇਕ ਕੰਮ ਕਰੀਏ ਕਿ ਤਾਂ ਕਿ ਸਾਨੂੰ ਇਹ ਦੁੱਖ ਅੱਗੇ ਨਾ ਆਉਣ। ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਸ੍ਰੀ ਸੁਖਦੇਵ ਜੀ ਵੇਦ ਵਿਆਸ ਦੇ ਲੜਕੇ शिव जी महाराज और पार्वती एक जंगल विच दरख्त थले बैठे सन। शिव जी महाराज कथा करन लग पे, सुनान लग पे अपने पार्वती नूं। उसने एक दो लफ्ज़ सुनिया ते वो सौ गई। उस दरख्त दे विच एक खोड़ जिहा सी, उहदे च एक तोता सी। वो हंगूरा भरदा रहा। जदों कथा समाप्त की
ਦੇਖਿਆ ਤੇ ਪਾਰਵਤੀ ਸੁੱਤੀ ਸੀ। ਕੌਣ ਮੇਰਾ ਇਹ ਹੰਗੂਰਾ ਕੌਣ ਭਰਦਾ ਸੀ? ਕਿਸ ਨੇ ਕਥਾ ਸੁਣੀ ਹੈ? ਅੱਗੇ ਪਿੱਛੇ ਦੇਖਿਆ, ਤੋਤਾ ਨਜ਼ਰ ਆਇਆ। ਸੋਚਿਆ ਇਸ ਤੋਤੇ ਨੂੰ ਮਾਰ ਦਈਏ। ਮਗਰ ਲੱਗ ਪਿਆ। ਤੋਤਾ ਅੱਗੇ ਅੱਗੇ ਉੱਡ ਪਿਆ। ਜਦੋਂ ਤੋਤੇ ਨੇ ਸੋਚਿਆ ਕਿ ਮੇਰਾ ਖਹਿੜਾ ਨਹੀਂ ਛੱਡਦਾ, तो वेद व्यास ऋषि दे औरत दे गर्भ समा गया। शिवजी महाराज बाहर बैठे रहे। ये दुखों के सुखों का संतां महापुरखों नूं ऋषियां मुनियां नूं पता है, जिन्हां दी वो अख खुल जाती है, जिन्हां नूं जन्मां दा पता लग जाता कि असीं पिछे जन्म किहड़े भुगते है। वो सानूं वेदां शास्त्रां ग्रंथां पोथियां विच दस भी रहे है, लेकिन सानूं समझ नहीं आउंदी। असी उस पासे ध्यान नहीं देंदे। 12 साल गुजर गए तो 12 साल शिवजी महाराज उत्ते बैठे रहे। नारद मुनि आया, पूछया बाबा जी तुसी इत्थे किस तरह बैठे हो, क्यों बैठे हो? एक तोते ने मेरी कथा सुन ली है, वो इस औरत के गर्भ समाया, जब भी कोई पैदाइश होएगी मैं उसनूं मारना है। नारद मुनि ने कहा बाबा जी तुहाडी कथा विच की शक्ति है जिहड़ी इन्नी कोशिश कर रहे हो कि जिहड़ा मेरी कथा सुन लैंदा वो अमर हो जाता है। नारद मुनि ने कहा बाबा जी तुहानूं समझ नहीं आई, जे अमर हो जाता है तो तुसीं उहनूं मार भी किदां सकदे हो? किस तरह मारोगे तुसीं? जाओ किते काम करो जाके। 12 साल के बाद शिवजी महाराज उतों गए। उहदे बाद लड़के ने जन्म लिया जिसका नाम श्री सुखदेव जी रखा गया। और छोटी उम्र दे विच ही वो जंगल नूं तुर पिया, क्योंकि उन्होंने पिछले जन्मां दा पता लग गया कि जिहड़े जन्म पिछे भुगते है दुख दे। पिछे पिछे ऋषि वेद व्यास भी तुर पिया। लड़के ने देखा पिताजी तुसी मेरे पीछे क्यों आ रहे हो? बेटा असी सोचा कि साढ़े घर कोई औलाद होएगी, साड़ी कोई सेवा करेगी, पर तू छोटी उम्र विच ही जंगल में तुर पिया। पिताजी तुसी मैनू जंगल च जान दिओ, मैं पिछले जन्मां च बहुत दुख पाए है। 105 जन्म की मैनू खबर है जिन्हां दे विच मैं दुख पाए। 5 जन्मां का हवाला तुहानूं दसदा हाँ, अगे 100 का तुसीं अंदाज़ा ला लेना। पिताजी पहला जन्म मेरा कुत्ते का आ गया। मैं किसी मैदान च सहब सभा लेटिया सी, किसी राही जाते ने लाठी मेरे सिर च मार दी, मेरा सिर पाट गया। पिताजी मेरे सिर च कीड़े पै गए। एक पेट की भुख, एक शरीर का दुख, जिस घर मैं जावां वो अगे ही लाठी लैके तैयार होण। बड़ी मुश्किल मालिक ने दया की, उथों मेरी जान छुट्टी। दूसरा जन्म मेरा घोड़े का आ गया। मराशिया ने खरीद लिया। मराशी मीर ज़्यादा होंगे है, पट्ठे पुट्ठे किसी पाने नहीं, लगाम चाड़ नहीं होना, सारे मैनू दबाड़दे रहना। वो भी जन्म बड़ा औखा भुगत्या मैं। तीसरा जन्म मेरा गधे का आ गया। गधा धोबी ने खरीद लिया। धोबी कपड़ियां की पंड पावे ते घाट ते लै जावे, घाटों कर लिया। एक दिन छोटा जिहा नाला वगदा सी, बदल आउण नाल उहदे विच जिलण आ गई। पिताजी मैं उहदे विच खुब गया। मेरे मालिक ने मैनू बहुत मारिया, इन्ना मारिया मेरी एक लत्त टुट गई। मैनू बेकार देख के
ਛੱਡ ਦਿੱਤਾ, ਆਪ ਚਲਾ ਗਿਆ। ਮੇਰਾ ਇੱਕ ਟਾਪੂ ਬਣ ਗਿਆ। ਮੇਰੇ ਉੱਤੇ ਲੋਕੀ ਪੈਰ ਰੱਖ ਕੇ ਤੇ ਦੂਜੇ ਪਾਸੇ ਜਾਣ। ਇੱਕ ਪੇਟ ਦੀ ਭੁੱਖ, ਇੱਕ ਸਰੀਰ ਦਾ ਦੁੱਖ। ਫਰੀਦ ਸਾਹਿਬ ਜੀ ਵੀ ਫਰਮਾਉਂਦੇ ਹੈ, ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਕੇ ਦਿਨੇ ਫੇਰ ਖੜੀ। ਮੌਤ ਇੱਕ ਵਾਰ ਹੋ ਜਾਂਦੀ ਹੈ, ਭੁੱਖ ਬਾਰੋਂ ਬਾਰ ਜੀਵ ਨੂੰ ਸਤਾਉਂਦੀ ਹੈ। ਚੌਥਾ ਜਨਮ ਮੇਰਾ ਇੱਕ ਛੋਟਾ ਜਿਹਾ ਕੀੜਾ ਹੁੰਦਾ ਜਿਸ ਨੂੰ ਪਿੱਸੂ ਕਿਹਾ ਜਾਂਦਾ ਹੈ। ਉਹ ਪਿਤਾ ਜੀ ਮੈਂ ਇੱਕ ਔਰਤ ਦੇ ਕੱਪੜਿਆਂ 'ਚ ਵੜ ਗਿਆ। ਗਰਮੀ ਦੀ ਵਾਰ ਸੀ, ਉਹ ਆਪਣੇ ਪਤੀ ਨੂੰ ਰੋਟੀ ਲੈ ਕੇ ਜਾ ਰਹੀ ਸੀ। ਮੈਂ ਆਪਣੇ ਸੁਭਾਅ ਨਾਲ ਉਸ ਨੂੰ ਦੰਦੀ ਵੱਢੀ, ਉਸ ਨੇ ਖੁਰਕਿਆ, ਨਹੁੰ ਚੜ੍ਹ ਗਿਆ। ਮੈਂ ਪਿਤਾ ਜੀ ਉਹ ਪੋਟੇ ਵਿੱਚ ਮੈਨੂੰ ਮਲੀ ਜਾਵੇ ਸੁੱਟੇ ਵੀ ਨਾ। ਮੇਰੀ ਨੱਕ ਜਾਨ ਆ ਗਈ, ਬਹੁਤ ਦੁਖੀ ਹੋਇਆ। ਇੱਕ ਬਰੇਤੀ ਆਈ, ਅੱਗ ਵਰਗੀ ਤਪੀ ਹੋਈ ਸੀ, ਉਹਦੇ 'ਚ ਮੈਨੂੰ ਸੁੱਟ ਦਿੱਤਾ ਉਸਨੇ। ਮੈਂ ਧਾਨਾ ਦੀ ਤਰ੍ਹਾਂ ਭੁੱਜ ਗਿਆ। ਪੰਜਵਾਂ ਜਨਮ ਇੱਕ ਬਿੱਲੀ ਦੇ ਘਰ ਆ ਗਿਆ। ਜਦ ਮੈਂ ਪੈਦਾ ਹੋਵਾਂ, ਬਾਹਰਲਾ ਬਿੱਲਾ ਆਵੇ, ਮੇਰਾ ਗਲਾ ਕੋਟੇ ਤੇ ਮਾਰ ਦੇਵੇ। ਇਹ ਮੇਰੇ 5 ਜਨਮ ਜਿਹੜੇ ਹੈ ਪਿਤਾ ਜੀ, ਤੁਸੀਂ ਦੇਖੋ ਮੈਂ ਕਿਤਨੇ ਦੁੱਖ ਦੇ ਭੁਗਤੇ। ਔਰ 100 ਜਨਮ ਜਿਹੜਾ ਹੈ ਉਹਦਾ ਵੀ ਅੰਦਾਜ਼ਾ ਲਾ ਲਓ। ਮੈਨੂੰ ਕੋਈ ਤਪੱਸਿਆ ਕਰਨ ਦਿਓ, ਈਸ਼ਵਰ ਦੀ ਭਗਤੀ ਕਰਨ ਦਿਓ, ਤਾਂ ਕਿ ਮੈਨੂੰ ਮੁੜ ਕੇ ਦੁੱਖ ਨਾ ਆਉਣ, ਮੁੜ ਕੇ ਮੈਂ 84 ਵਿੱਚ ਨਾ ਜਾਵਾਂ। ਇਹ ਰਿਸ਼ੀ ਮੁਨੀ ਹੌਲੀਏ ਪਕੰਬਰ ਜੋ ਵੀ ਸੰਤ ਮਹਾਂਪੁਰਖ ਆਏ ਹੈ, ਉਹ ਸਾਨੂੰ ਦੁੱਖਾਂ ਨੂੰ ਦੱਸਦੇ ਹੈ ਕਿ ਭਾਈ 84 ਦੇ ਬੜੇ ਦੁੱਖ ਨੇ ਔਰ ਬੜੇ ਭਿਆਨਕ ਦੁੱਖ ਨੇ। ਇਹਨਾਂ ਦੁੱਖਾਂ ਤੋਂ ਬਚਣ ਵਾਸਤੇ ਤੂੰ ਨੇਕ ਪਾਕ ਕੰਮ ਕਰ। ਲੇਕਿਨ ਅਸੀਂ ਉਹਨਾਂ ਪਾਸੇ, ਉਹਨਾਂ ਦਾ ਨਾ ਕੋਈ ਅਸੀਂ ਧਿਆਨ ਦਿੰਦੇ ਹਾਂ, ਨਾ ਉਹਨਾਂ ਦਾ ਕਹਿਣਾ ਮੰਨਦੇ ਹਾਂ, ਨਾ ਅਸੀਂ ਉਹ ਕੰਮ ਕਰਦੇ ਹਾਂ। ਹਜ਼ੂਰ ਇਹ ਬਹੁਤ ਵਾਰ ਫਰਮਾਉਂਦੇ ਹੁੰਦੇ ਕਿ ਅਸੀਂ ਹੋਏ ਕਿਹਦੇ ਫਿਰ। ਨਾ ਅਸੀਂ ਕੁਰਾਨ ਨੂੰ ਮੰਨਿਆ, ਨਾ ਅਸੀਂ ਵੇਦਾਂ ਨੂੰ ਮੰਨਿਆ, ਨਾ ਗ੍ਰੰਥਾਂ ਪੋਥੀਆਂ ਨੂੰ ਮੰਨਿਆ। ਕਿਸੇ ਵੀ ਚੀਜ਼ ਨੂੰ ਅਸੀਂ ਮੰਨਦੇ ਨਹੀਂ, ਕਿਸੇ ਦੇ ਸੂਲਾਂ ਤੇ ਅਸੀਂ ਚੱਲਦੇ ਨਹੀਂ। ਫਿਰ ਅਸੀਂ ਕਿਹਦੇ ਹੋਏ? ਕਿਸੇ ਦੇ ਅਸੀਂ ਕੀ ਨਾਂ ਲਵਾਂਗੇ? ਅਸੀਂ ਕਿਹੜੀ ਹੰਸ ਵਿੱਚੋਂ ਆ, ਕਿਹੜੀ ਕੁਲ ਦੇ ਵਿੱਚੋਂ ਆ? ਕਿਹਦਾ ਅਸੀਂ ਇਸ਼ਾਰਾ ਦੇਵਾਂਗੇ ਦੁਨੀਆ ਦੇ ਵਿੱਚ? ਸਾਡਾ ਫਰਜ਼ ਹੈ ਕਿ ਅਸੀਂ ਕੁਛ ਨਾ ਕੁਛ ਕਿਸੇ ਵੀ ਫਕੀਰ ਦੀ ਬਾਣੀ ਦਾ ਧਿਆਨ ਧਰੀਏ ਔਰ ਮੰਨੀਏ, ਆਪਣੇ ਇਸ ਜਨਮ ਦਾ ਸੁੱਖ ਲਈਏ। ਇਸ ਜਨਮ ਦਾ ਸੁੱਖ ਮਨੁੱਖਾ ਜਨਮ ਦੇ ਵਿੱਚ ਹੀ ਨੇਕ ਪਾਕ ਕਰਮਾਂ ਦੇ ਨਾਲ ਸੁੱਖ ਮਿਲ ਸਕਦਾ ਹੈ। ਬਾਕੀ ਸਭ ਦੁੱਖ ਹੀ ਦੁੱਖ ਹੈ। ਜਦ 84 ਵੀ ਚਲਾ ਗਿਆ, ਦੁੱਖਾਂ ਦੇ ਖਾਣ ਵਿੱਚ ਫਸ ਗਿਆ। ਇਹ ਬਹੁਤ ਦਲਦਲੇ 'ਚ ਫਸ ਜਾਂਦਾ, ਫਿਰ ਨਿਕਲਣਾ ਬਹੁਤ ਮੁਸ਼ਕਲ ਹੈ। ਇਸੇ ਵਾਸਤੇ स्वामी जी महाराज भी बाणी च फरमाते हैं, मौत से डरते रहो दिन रात। है इंसान, तू मौत से दिन और रात डरदा रहो। की पता किहड़े वेले किहड़ा वक्त साडे ते आ जावे। ते सानू नेक पाक काम करना चाहिए, अच्छा काम करना चाहिए, जिहदे नाल सानू सुख मिले। वो परमात्मा सब कुछ कर सकता है और साढ़े कर्मां के अनुसार। हजूर कई बार फरमाते होंदे सी कि 2 बच्चे पैदा होए जिन्हां दीयां पिट्ठां जुड़ियां सीयां। जदों वो तगड़े होए, एक ने तुरना तो दूसरे ने चुक के तुरना, फिर दूसरे ने तुरना तो उसकी पिठ का भार दूसरे ने चुक के तुरना। कोई फकीर कोलों दी लंघिया, उसने कहा है मालक तेरे कोलों डरदे ही रहना चाहिए है। परमात्मा डरदे ही रहना चाहिए। तो एक उन्हां चों बोलिया, परमात्मा हुण सानू की करेगा? और परमात्मा की कर सकता है? उसने कहा भाई अजे भी बड़ा कुछ हो सकता है, बहुत कुछ हो सकता है। थोड़े दिनों दे विच एक मर गया, एक जींदा रहा। हुण वो मरे नूं चुकी फिरे।
फिर कोई फकीर लंघिया कहता है मालक तेरे तू डरदे ही रहना चाहिए। तो फिर वो कहता वाकया ही डरदे रहना चाहिए, वो मालक सब कुछ कर सकता है। भाई जदों सानू डर ही नहीं किसी का भी तो असी दुखों च फसना तो फसना ही है। फिर कौन साड़ी कूक फरियाद सुनेगा, कौन साढ़े दुखों नूं दूर करेगा। किसी की गल सुनीए, किसी के हिसाब से चलीए ताकि कोई साड़ी जिम्मेवारी भी, कोई साड़ी गवाही भी देगा। जब साडा गवाही कोई नहीं हैगा तो सानू तो फैसला तो साढ़े खिलाफ होना ही होना है। इस वास्ते दादू साहब की बाणी है, मुसलमान फकीर होए दादू साहब की बड़े सहारण शक्ति के मालक होए है। कई बार अगे भी दसिया कि दादू साहब के पास कोई 5-4 बंदे नाम लैन वास्ते चला गए, पर दादू साहब नूं उन्होंने देखा नहीं सी। सुन सुना गए कि चंगे फकीर ने ते सुन के तुर पे। दादू साहब जी सुबह सुबह अपने घरों नंगे सिर ही पानी का लोटा लिया तो बाहर जा रहा सी। जदों उन्हां बंदियां नूं मिलिया उन्हां 5-4 जुत्तियां मारियां। पिछले जमानिਆਂ ਦੇ ਵਿੱਚ नंगे सिर खाली घड़ा खाली टोकरी किसी ਨੂੰ मिलती ਹੁੰਦੀ ਸੀ तो बहुत बड़ा विचार करते ਹੁੰਦੇ ਸੀ कि साडा काम नहीं होना। ये विचार करते ਹੁੰਦੇ ਸੀ। उन्हें सोचा कि नंगे सिर बंदा मिलिया है, जिस काम नूं असीं आए हैं वो साडा काम होना नहीं। पर दादू साहब जी चुप कर गए। सोचा कि गाहक मेरी दुकान दे है, पर इन्हां नूं समझ नहीं हैगी। दादू साहब जी पगडंडी रस्ते अपने घर छेती चला गए। वो पिंड विचों पुछदे पछाणदे आए। दादू साहब दे जदों घर आए पुछया कि दादू साहब दा घर इहो ही है। दादू साहब जी अंदरों निकले, कहने लगे जी इहो ही है, आओ बैठो। बैठा लिया। जदों आदर मान दादू साहब जी करन लगे, उन्हें सोचा असी तो इनू गुरदेव बनाउणा सी, इहदे पासों नाम लैना सी, असी इनू जुत्तियां मारियां। वो शर्मिंदे होना शुरू हो गए। ज्यों ज्यों उन्हां दी सेवा करे, ज्यों ज्यों उन्हां दा आदर मान करे, वो शर्मिंदे होने जान। दादू साहब ने कहा भाई तुसी इन्ने परेशान ना होवो, तुसी जो कुछ कीता चंगा कीता है। एक टके का बर्तन कोई बाजार लैन जाता है मिट्टी का, तो उन्होंने इन्ना टणका के देखता है कि ये पक्का है कि कच्चा है। जे पक्का होंदा तो खरीदे, जे कच्चा होंदा तो होर दुकान ते चला जाते हैं। तुसी चंगा कीता पहला ही देख लिया टकोर के कि जे बर्तन चंगा तो सौदा ले लो, नहीं चंगा तो ना लो, जाओ। इन्हें सहारण शक्ति के मालक सन दादू साहब जी। दादू साहब की बाणी ये सबूत दे रही है कि भगती मार्ग जिहड़ा है ये की हैगा ते किस तरह असीं भगती कर सकते हैं ते किहड़े कामां दे नाल असीं सुख लै सकते हैं। भगती सिर्फ ना नहीं, दादू साहब जी फरमा रहे ऐ साईं मैनू सत दे। सत एक जिस तरह असी मकान की बुनियाद मजबूत रखते हैं, वो किस वास्ते कि जे मालक सानू फुरजत देवे तो असी होर भी इहदे उत्ते मकान बना सकीए। है मालक है मेरे सतगुर मैनू सत दे। सत दे नाल ही संदोख मंग लिया। दुनिया विच भी एक दूसरे बंदे नू कोई ताना मारदा है, वो भाई तैनू कोई संदोख नहीं, बेसंदोखा है तू। संदोख करना भी जिहड़ा है ये भी बड़ी वड्डी भगती है। दुख आए सुख आए गरीबी आए मेरी आए भुख नंग आवे बंदा संदोख कर जाए। जो परमात्मा ने दिता है उहदे ते संदोख करे, ये भी एक बहुत बड़ी भगती हैगी।
साईं सत संदोख दे भगत भाव विश्वास। भगती और विश्वास, सिर्फ भगती नहीं किया, उन्हें कहा नाल विश्वास भी दे कि मेरा विश्वास भी पूरा संतां ते रहे। पूरा विश्वास रहना चाहिए। विश्वास तो भी असी रह जाते हैं। जिन्नी मर्जी असी भगती करिए तो साडा विश्वास टुट जाता है, साड़ी भगती भी खत्म हो जाती है। विश्वास वास्ते पिछे कई साखियां दसियां ने कि गुरु नानक देव जी महाराज ने जंगल दे विच मुर्दा सी क्या सारियां नूं कि आओ ये मुर्दा खाओ, तो सारे ही कोई भी अगे नहीं होया। फिर क्या कि आओ ये मुर्दा खाओ, लेकिन विश्वास होंदा तो कोई उठदा। पूरा विश्वास नहीं सी, सिर्फ देखो देखी ही पेड़ चाल सी। कोई ना उठया। एक भाई लहना गुरु साहब के पास जिहड़े रहिंदे सन, वो उठ के खड़ा हो गया। जदों जाके पर्दा चक्या तो 36 पदार्थ निकले। एक ने विश्वास रखिया, सतगुर के बचनां ते विश्वास रखिया और हज़ारां दे विचों एक पास होया। विश्वास जिहड़ा है ये भी एक बहुत बड़ी भगती है। हजूर कई बार फरमाउंदे हुंदे कि जिहदा विश्वास नहीं उहदा कुछ भी नहीं, उहदे पल्ले कुछ भी नहीं। जे विश्वास है तो सब कुछ है। सिदक सबूरी सांच दे मंगे दादू दास। सच मंगया, शब्द सिदक भी मंगया, विश्वास भी मंगया। जो दुनिया दियां सुख देने वाली चीज़ां सी वो मंग लईआं। असी हुण इत्थे विचार करनी है कि असी भी किसी फकीरां फकीरां के पास, देवियां देवतियां के पास जाते हाँ, गुरुद्वारे मंदिरां 'च जाते हाँ, असी की मंगते हैं? हजूर कई बार फरमाउंदे हुंदे सी, कोई दुध मंगे, कोई पुत मंगे, नाम हदार कोई कोई। असी दुनिया दीयां चीज़ां मंगते हाँ जिहड़ियां अगे ही उस प्रभु परमात्मा ने रजिस्टर कीतियां ने। जिस चीज़ नूं सानू मंगना चाहिए उसनूं असी मंगते नहीं। सानू वो नाम मंगना चाहिए है, ईश्वर का प्यार मंगना चाहिए, उस मालिक का विश्वास मंगना चाहिए कि है मालिक तू साडे ते किरपा कर, सानू अपना विश्वास बख्श, नाम बख्श दिया कर साडे ते। जिन्हां चीज़ां दे नाल सानू सुख मिलना है वो असी मंगते नहीं। क्यों नहीं मंगते? कि साडा किसी दे विश्वास है ही नहीं। ना असी किसी ग्रंथ पोथी दे सूलां नूं मनदे हाँ, ना किसी असी गीता नूं मनदे हाँ, ना वेदां शास्त्रां नूं मनदे हाँ। एक फकीर ने लिखिया है, गल समझी नहीं मूल मरोड़ वाली, पाया पढ़न पढ़ाण ते जोर यारा। तू पढ़न पढ़ाण ते जोर पा लिया, वो जिहड़ी विच गल सी मरोड़ वाली वो नहीं मन्नी, वो नहीं समझी। जिहड़ी गल समझनी सी वो नहीं समझी, पढ़न पढ़ाण ते जोर पा लिया। असी पढ़न पढ़ाण ते जोर पा लेंदे हाँ, वो जिहड़ी गल समझण वाली है असी उस नूं समझे नहीं। वो है मालिक दी भगती, ईश्वर दा प्यार, जिसनूं असी समझना चाहिए है और जिहड़ा सानूं रोज़ाना ही करना चाहिए है। और मालिक दे अगे असी फरियाद करनी चाहिए है कि सानूं ये चीज़ां बख्श, साडे ते दया कर। हाँ जी। सारी सत संतोख दे, भाव भगति विश्वास, सिदक सबूरी साच दे, मांगे दादू दास। जीवन माटी हो रहो, साईं सन्मुख होए,
दादू पहले मर रहो, पीछे मरे सब को। ਦਾਦੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਐ ਦਾਦੂ ਜਿਉਂਦਾ ਮਿੱਟੀ ਬਣ ਜਾ। ਮਿੱਟੀ ਤੁਸੀਂ ਦੇਖੋ, ਮਿੱਟੀ ਦੇ ਉੱਤੇ ਅਸੀਂ ਜੋ ਵੀ ਘਰ ਦਾ ਗੰਦਮੰਦ ਹੁੰਦਾ ਸਾਰਾ ਮਿੱਟੀ ਤੇ ਸੁੱਟਦੇ ਹਾਂ। ਮਿੱਟੀ ਦੇ ਉੱਤੇ ਪਸ਼ੂ ਵੀ ਚੱਲਦੇ, ਪਰਿੰਦੇ ਵੀ ਚੱਲਦੇ, ਇਨਸਾਨ ਵੀ ਚੱਲਦੇ, ਗੱਡੀਆਂ ਮੋਟਰਾਂ ਵੀ ਚੱਲਦੀਆਂ, ਲੇਕਿਨ ਮਿੱਟੀ ਕਿਸੇ ਨੂੰ ਕੁਝ ਕਹਿੰਦੀ ਨਹੀਂ। ਮਿੱਟੀ ਕਿਸੇ ਨੂੰ ਕੁਝ ਵੀ ਨਹੀਂ ਕਹਿੰਦੀ। ਸੰਤਾਂ ਦੀ ਬਾਣੀ ਅਸੀਂ ਸਿਰਫ ਸੁਣਦੇ ਹਾਂ, ਇਸ ਦਾ ਤਜਰਬਾ ਨਹੀਂ ਕਰਦੇ, ਕਦੀ ਸੋਚਿਆ ਨਹੀਂ ਕਿ ਬਾਣੀ ਸਾਨੂੰ ਕੀ ਕਹਿ ਰਹੀ ਹੈ। ਬਾਬੇ ਫਰੀਦ ਨੇ ਕਿਹਾ, ਫਰੀਦਾ ਖਾਖ ਨੂੰ ਨਾ ਨਿੰਦੀਏ, ਖਾਖ ਜੇਵੜ ਨਾ ਕੋਏ, ਜਿਉਂਦਿਆਂ ਪੈਰਾਂ ਥੱਲੇ ਮੋਇਆਂ ਉੱਪਰ ਹੋਏ। ਇੱਥੇ ਅਸੀਂ ਸੋਚਣਾ, ਜਦ ਫਕੀਰ ਕਹਿੰਦੇ ਹੈ ਕਿ ਇੱਕ ਖਾਖ ਨੂੰ ਵੀ, ਇਹ ਜਿਹੜੀ ਮਿੱਟੀ ਹੈ ਇਸ ਨੂੰ ਵੀ ਨਾ ਨਿੰਦੋ, ਤੇ ਅਸੀਂ ਫਕੀਰਾਂ ਦੀ ਨਿੰਦਿਆ ਕਰਦੇ ਹਾਂ, ਅਸੀਂ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਹਾਂ, ਅਸੀਂ ਰੱਬ ਦੀ ਪੈਦਾਇਸ਼ ਕੀਤੀ ਹੋਈ ਜੋ ਦੀ ਨਿੰਦਿਆ ਕਰਦੇ ਹਾਂ। ਕਿਸ ਤਰ੍ਹਾਂ ਸਾਡਾ ਕਲਿਆਣ, ਸਾਡੀ ਕਿਸ ਤਰ੍ਹਾਂ ਹੋਏਗੀ? ਬਾਬੇ ਫਰੀਦ ਨੇ ਕਿਹਾ ਕਿ ਤੁਸੀਂ ਇਸ ਖਾਖ ਨੂੰ ਨਹੀਂ ਨਿੰਦ, ਇਹ ਜਿਉਂਦਿਆਂ ਪੈਰਾਂ ਦੇ ਥੱਲੇ ਹੈ ਔਰ ਮੋਇਆਂ ਸਾਡੇ ਉੱਪਰ ਹੁੰਦੀ ਹੈ। ਇਹਦੇ ਵਰਗਾ ਵੀ ਕੋਈ ਨਹੀਂ ਹੈਗਾ, ਲੇਕਿਨ ਅਸੀਂ ਕਦੀ ਤਜਰਬਾ ਨਹੀਂ ਕੀਤਾ ਹੈ, ਅਸੀਂ ਕਦੀ ਸੋਚਦੇ ਨਹੀਂ ਹੈਗੇ ਕਿ ਅਸੀਂ ਕੀ ਕਰ ਰਹੇ ਹਾਂ। ਇਸੇ ਵਾਸਤੇ ਸਾਈਂ ਬੁੱਲੇ ਸ਼ਾਹ ਨੇ ਵੀ ਬਾਣੀ 'ਚ ਫਰਮਾਇਆ, ਕਿਉਂਕਿ ਫਕੀਰ ਜਿਹੜੇ ਨਾਮ ਜਪਦੇ, ਜਿਹੜੇ ਅੰਦਰ ਸਭ ਕੁਝ ਦੇਖਦੇ ਹੈ, ਉਹ ਇਸ ਮਨੁੱਖਾ ਜਨਮ ਦਾ ਬੜਾ ਕਦਰ ਕਰਦੇ ਹੈ। ਇਹ ਮਨੁੱਖਾ ਜਨਮ ਜਿਹੜਾ, ਇਹ ਅਸਲੀ ਖੁਦਾ ਦਾ ਕਾਬਾ ਹੈ, ਇਹ ਖੁਦਾ ਦੀ ਮਸਜਿਦ ਹੈ, ਇਹ ਮੰਦਰ ਹੈ, ਇਹ ਗੁਰਦੁਆਰਾ ਹੈ, ਇਹ ਪਰਮਾਤਮਾ ਨੇ ਬਣਾਇਆ ਹੈ, ਇਹ ਆਪਣੇ ਆਪ ਨਹੀਂ ਬਣਿਆ। ਦੁਨੀਆ ਦੇ ਮੰਦਰ, ਦੁਨੀਆ ਦੇ ਗੁਰਦੁਆਰੇ ਜਾਂ ਗਿਲਜੇ ਜਾਂ ਮਸੀਤਾਂ ਜਦੋਂ ਗਿਰ ਜਾਂਦੀਆਂ ਨੇ, ਅਸੀਂ ਫਿਰ ਉਹਨਾਂ ਨੂੰ ਬਣਾ ਲੈਂਦੇ ਹਾਂ। ਜਿਹੜਾ ਪਰਮਾਤਮਾ ਦਾ ਬਣਿਆ ਹੋਇਆ, ਜਦੋਂ ਇਹ ਗਿਰ ਜਾਂਦਾ, ਇਹਨੂੰ ਨਹੀਂ ਕੋਈ ਬਣਾ ਸਕਦਾ, ਇਹਨੂੰ ਕੋਈ ਨਹੀਂ ਬਣਾ ਸਕਦਾ। ਇਸੇ ਵਾਸਤੇ ਸਾਈਂ ਬੁੱਲੇ ਸ਼ਾਹ ਨੇ ਫਰਮਾਇਆ, ਬੁੱਲਿਆ ਢਾਹ ਦੇ ਮੰਦਰ, ਢਾਹ ਦੇ ਮਸਜਿਦ, ਢਾਹ ਦੇ ਜੋ ਕੁਛ ਢਹਿੰਦਾ, ਪਰ ਇੱਕ ਬੰਦਿਆਂ ਦਾ ਦਿਲ ਅੰਡ ਢਾਈ, ਰੱਬ ਜੀ ਦੇ ਵਿੱਚ ਰਹਿੰਦਾ। ਇਹ ਪਰਮਾਤਮਾ ਦਾ ਕਾਬਾ ਹੈ, ਪਰਮਾਤਮਾ ਦਾ ਘਰ ਹੈ। ਤੂੰ ਮੰਦਰ ਢਾਹ ਦੇ, ਮਸਜਿਦ ਢਾਹ ਦੇ, ਜੋ ਢਹਿੰਦਾ ਢਾਹ ਦੇ, ਫਿਰ ਬਣ ਜਾਏਗਾ, ਲੇਕਿਨ ਬੰਦਾ ਨਹੀਂ ਬਣੇਗਾ। ਜਿਹੜਾ ਪਰਮਾਤਮਾ ਦਾ ਬਣਾਇਆ ਹੋਇਆ, ਜਿਹੜਾ ਅਸੀਂ ਢਾਹ ਦਿਆਂਗੇ, ਇਹ ਮੰਦਰ ਗੁਰਦੁਆਰਾ, ਇਹ ਮੁੜ ਕੇ ਨਹੀਂ ਬਣੇਗਾ। ਤੁਸੀਂ ਦੇਖ ਲਓ ਕਿੱਥੇ ਗਏ ਸਾਡੇ ਪਿਛਲੇ, ਕਿੱਧਰ ਗਏ ਹੈ? ਜਿਹੜੇ ਸਾਡੇ ਵਿੱਚ ਰਹਿੰਦੇ ਹੋ ਕਿੱਧਰ ਗਏ ਨੇ? ਕਿਆ ਅਸੀਂ ਉਹਨਾਂ ਨੂੰ ਬਣਾ ਸਕਦੇ ਹਾਂ, ਮੁੜ ਕੇ ਲਿਆ ਸਕਦੇ ਹਾਂ, ਸਾਡੇ ਸਾਹਮਣੇ ਆ ਸਕਦੇ ਹੈ? ਹੋਰ ਚੀਜ਼ਾਂ ਅਸੀਂ ਬਣਾ ਸਕਦੇ ਹਾਂ, ਕੋਈ ਮਕਾਨ ਗਿਰ ਜਾਏਗਾ ਮੁੜ ਕੇ ਬਣਾ ਲਵਾਂਗੇ, ਮੰਦਰ ਗਿਰ ਜਾਏਗਾ ਮੁੜ ਕੇ ਬਣਾ ਲਵਾਂਗੇ, ਮਸਜਿਦ ਨੂੰ ਬਣਾ ਲਵਾਂਗੇ, ਹਰ ਚੀਜ਼ ਨੂੰ ਅਸੀਂ ਬਣਾ ਸਕਦੇ ਹਾਂ। ਲੇਕਿਨ ਇਹ ਜਿਹੜਾ ਪਰਮਾਤਮਾ ਦਾ ਬਣਾਇਆ ਹੋਇਆ ਮਕਾਨ ਹੈ, ਮੰਦਰ ਹੈ, ਮਸਜਿਦ ਹੈ, ਇਸ ਨੂੰ ਨਹੀਂ ਅਸੀਂ ਬਣਾ ਸਕਦੇ, ਇਸ ਨੂੰ ਨਹੀਂ ਅਸੀਂ ਬਣਾ ਸਕਦੇ। ਇਸੇ ਵਾਸਤੇ ਫਕੀਰ ਜਿਹੜੇ ਹੈ ਇਹਦੀ ਬਹੁਤ ਹੀ ਤਾਰੀਫ ਕਰਦੇ ਆ ਔਰ ਬਹੁਤ ਕਦਰ ਕਰਦੇ ਆ। ਜੇ ਤੂੰ ਚਾਹੇ ਉਸ ਮੌਲਾ ਨੂੰ, ਜੇ ਤੂੰ ਚਾਹੇ ਉਸ ਮੌਲਾ ਨੂੰ ਹਰ ਜਾਈ ਅਰ ਥਾਈ, ਦੇਖ ਸੂਰਤ ਬੰਦੇ ਦੀ ਮੂਰਖ, ਜਿਸ ਵਿੱਚ ਵਸਦਾ ਸਾਈਂ। ਜੇ ਤੂੰ ਉਸ ਮਾਲਕ ਨੂੰ ਦੇਖਣਾ ਹੈ ਹਰ ਜਗ੍ਹਾ ਤੇ, ਹਰ ਥਾਂ ਤੇ ਦੇਖਣਾ ਹੈ, ਤਾਂ ਫਿਰ ਬੰਦੇ ਨੂੰ ਦੇਖ ਲੈ, ਬੰਦੇ ਦੇ ਵਿੱਚ ਵਸਦਾ ਜੇ ਉਹ ਬੰਦੇ ਦੇ ਵਿੱਚ ਰਹਿੰਦਾ ਜੇ, ਤੂੰ ਇਹਨੂੰ ਦੇਖ ਲੈ। ਸਾਰੇ ਫਕੀਰਾਂ ਨੇ ਹਰ ਇੱਕ ਜਗ੍ਹਾ, ਤੁਸੀਂ ਕਿਸੇ ਵੇਦ ਸ਼ਾਸਤਰ ਨੂੰ ਪੜ੍ਹ ਲਓ, ਗੀਤਾ ਨੂੰ ਪੜ੍ਹ ਲਓ, ਔਰ ਗ੍ਰੰਥਾਂ ਨੂੰ ਪੜ੍ਹ ਲਓ,
ਕਿਸੇ ਨੂੰ ਪੜ੍ਹੋ ਉਹਨਾਂ ਇਸ਼ਾਰਾ ਇਹੀ ਮਨੁੱਖ ਜਨਮ ਦਾ ਦਿੱਤਾ ਹੈ ਕਿ ਇਹਦੇ ਵਿੱਚ ਹੀ ਪਰਮਾਤਮਾ ਰਹਿੰਦਾ ਹੈ। ਲੇਕਿਨ ਇਹਦੇ ਬਾਰੇ ਅਸੀਂ ਕਦੀ ਸੋਚਿਆ ਨਹੀਂ। ਅਸੀਂ ਇਸ ਮਨੁੱਖ ਜਨਮ ਦਾ ਕਦਰ ਨਹੀਂ ਕਰਦੇ। ਇਹ ਸਾਡਾ ਮਨੁੱਖ ਜਨਮ ਐਵੇਂ ਬਰਬਾਦ ਜਾ ਰਿਹਾ ਹੈ। ਕਿੱਥੋਂ ਸੁੱਖ ਲੈਵਾਂਗੇ ਅਸੀਂ? ਕਿੱਥੋਂ ਸਾਨੂੰ ਸੁੱਖ ਮਿਲੇਗਾ? ਜਦ ਇਹ ਸਾਡਾ ਮੰਦਰ ਗਿਰ ਜਾਏਗਾ, ਇਹ ਕਾਵਾ ਗਿਰ ਜਾਏਗਾ, ਫਿਰ ਮੁੜ ਕੇ ਨਹੀਂ ਬਣਨਾ। ਫਿਰ ਸਾਨੂੰ 84 ਵੀ ਜਾਣਾ ਪਏਗਾ। 84 ਦੇ ਕੁੱਤੇ ਬਿੱਲੇ ਕੀੜੇ ਮਕੌੜੇ ਪਸ਼ੂ ਪਰਿੰਦੇ ਭੂਤ ਪ੍ਰੇਤ ਸਾਨੂੰ ਬਣਨਾ ਪਏਗਾ। ਕੀ ਹਾਲਤ ਸਾਡੀ ਹੋਏਗੀ? ਹੁਣ ਤੁਸੀਂ ਦੇਖੋ ਬਾਹਰ ਜਿਤਨੇ ਵੀ ਇੱਕ ਮਨੁੱਖ ਜਨਮ ਤੋਂ ਉਠਾ ਜਨਮ ਨੇ, ਬਾਹਰ ਸਾਨੂੰ ਠੰਡ ਸਰਦੀ ਲੱਗ ਰਹੀ ਹੈ, ਅਸੀਂ ਕੱਪੜੇ ਵੀ ਲਗਾਉਂਦੇ ਹਾਂ, ਖਾਣੇ ਵੀ ਖਾਂਦੇ ਹਾਂ, ਕਈ ਇੰਤਜ਼ਾਮ ਸਾਡੇ ਨੇ। ਉਹਨਾਂ ਦਾ ਕੀ ਇੰਤਜ਼ਾਮ ਹੈ? ਉਹਨਾਂ ਦੇ ਵਾਸਤੇ ਕੀ ਇੰਤਜ਼ਾਮ ਹੈ? ਉਹਨਾਂ ਨੂੰ ਵੀ ਦੁੱਖ ਹੈ, ਉਹਨਾਂ ਨੂੰ ਵੀ ਦੁੱਖ ਪੈਦਾ ਹੋ ਰਿਹਾ, ਪਰ ਕੀ ਕਰਨ? ਜੋ ਕਰਮ ਕੀਤਾ ਸੋ ਲੈਣਾ ਹੈ। जैसा कर्म कीता ऐसा लेना लेना। हाँ जी। जीवन माटी हो रहो साईं सन्मुख होए, दादू पहले मर रहो पीछे मरे सब को। मरण का मकसद की है कि ਇਹਦੀਆਂ ਖਾਸ਼ਾਂ ਜਿਹੜੀਆਂ ਨੇ ਉਹ ਸਾਡੀਆਂ ਖਾਸ਼ਾਂ ਪਹਿਲਾਂ ਖਤਮ ਹੋਣੀਆਂ ਚਾਹੀਦੀਆਂ। ਸਾਡੀਆਂ ਜਦੋਂ ਖਾਸ਼ਾਂ ਖਤਮ ਹੋ ਗਈਆਂ ਅਸੀਂ ਬਿਲਕੁਲ ਨਰੋਲ ਹੋ ਗਏ, ਦੁਨੀਆ ਵੱਲੋਂ ਅਸੀਂ ਮਰ ਗਏ ਔਰ ਦੂਜੇ ਪਾਸੇ ਅਸੀਂ ਜਿੰਦੇ ਹੋ ਗਏ। ਸਾਡਾ ਪਿਆਰ ਪ੍ਰਭੂ ਪਰਮਾਤਮਾ ਦੇ ਨਾਲ ਲੱਗ ਜਾਏਗਾ, ਸਾਡੀ ਅਸਲੀ ਖਾਸ਼ ਜਿਹੜੀ ਉਸ ਪਾਸੇ ਚਲਾ ਜਾਏਗੀ। ਸਾਡੀਆਂ ਸਾਰੀਆਂ ਖਾਸ਼ਾਂ ਹੋਰ ਬੰਦ ਹੋ ਜਾਣਗੀਆਂ ਔਰ ਇੱਕ ਖਾਸ਼ ਸਾਡੇ ਮਾਲਕ ਦੇ ਮਿਲਣ ਦੀ ਰਹਿ ਜਾਏਗੀ। ਫਕੀਰਾਂ ਦੀ ਇੱਕ ਖਾਸ਼ ਜ਼ਰੂਰ ਹੁੰਦੀ ਹੈ, ਸਾਰੀਆਂ ਖਾਸ਼ਾਂ ਨੂੰ ਖਤਮ ਕਰਕੇ ਤੇ ਇੱਕ ਖਾਦ ਨੂੰ ਮੁਕੰਮਲ ਰੱਖਦੇ, ਇੱਕ ਖਾਸ਼ ਨੂੰ ਕਿ ਜਿਹੜੀ ਈਸ਼ਵਰ ਦੇ ਨਾਲ ਮਿਲਣਾ ਹੈ, ਈਸ਼ਵਰ ਦਾ ਪਿਆਰ ਲੈਣਾ ਹੈ, ਈਸ਼ਵਰ ਦਾ ਨਾਮ ਜਪਣਾ ਹੈ। ਇਹ ਖਾਸ਼ ਜਿਹੜੀ ਹਮੇਸ਼ਾ ਹੀ ਵਾਸਤੇ ਉਹਨਾਂ ਦੇ ਵਿੱਚ ਰਹਿੰਦੀ ਹੈ। ਹਾਂਜੀ। दादू दावा दूर कर निर्दाने दिन कट केते सौदा कर गए पंसारी के हाट। दादू साहब जी बड़े प्यार दे नाल फरमा रहे है कि ऐ दादू दावे नूं दूर कर दे। मुसलमान जिन्हों असी हंकार ते मान कहंदे हैं वो दावा कहंदे। किसी भी चीज़ का तू दावा ना कर। भाई इत्थे कई आए और इत्थे सौदा करके चला गया। ये पंसारी दा हट संसार चलता ही रहा। ये संसार चलता रहा, ये कोई कमी नहीं आई, पर जो जो किसी ने सौदा किया उहदा ही फायदा लेना है। 47 के बाद असी सोचा देखिया, जिन 47 देखी है ना उन्होंने पता है भी की होया। इतने पशु मरे, असी ये सोचते हैं कि पशु लेने कित्थों ना होण। इस तरह बंदे मरे है कि जिस तरह पट्ठे कुतरते लोग टोकियां जिदा कुतरे गए, साढ़े अखीं देखते हैं सब कुछ होया। लेकिन ये पंसारी दा हट फिर उदे दा उदा रहा है, इत्थे कोई कमी नहीं आई। मगर जो जो भी कोई सौदा इत्थे कर जाता है उही उस सौदे का उन्होंने फायदा मिलता है। जिसने चोरी की थी चोरी का फायदा, जुआरीए ने जुआरीए का फायदा है, और जेड़े गलत कर्म करते उन्होंने वो फायदा मिलना है। जेड़े फकीर नाम जपते हैं, ईश्वर की भगती करते हैं, साध संगत नाल प्यार करते हैं, उन्होंने वो फायदा मिलना है। सौदा
ਸਾਰੇ ਹੀ ਇੱਥੇ ਕਰ ਰਹੇ ਹੈ, ਸਾਰੇ ਸੌਦਾ ਲੈ ਰਹੇ ਹੈ, ਪਰ ਸੌਦੇ 'ਚ ਫਰਕ ਹੈ। ਕੋਈ ਸੋਨਾ ਖਰੀਦਦਾ ਹੈ, ਕੋਈ ਸਬਜ਼ੀ ਖਰੀਦਦਾ ਹੈ, ਕੋਈ ਆਟਾ ਦਾਲ ਖਰੀਦਦਾ ਹੈ, ਕੋਈ ਆਟਾ ਖਰੀਦਦਾ ਹੈ, ਕੋਈ ਚੌਲ ਖਰੀਦਦਾ ਹੈ, ਤੇ ਕੋਈ ਹੀਰੇ ਮੋਤੀ ਖਰੀਦਦਾ ਹੈ। ਫਕੀਰ ਜਿਹੜੇ ਹੈ ਉਹ ਹੀਰੇ ਮੋਤੀ ਖਰੀਦਦੇ, ਉਹ ਈਸ਼ਵਰ ਦਾ ਨਾਮ ਜਪਦੇ ਹੈ ਜਿਹਦੀ ਕੋਈ ਕੀਮਤ ਨਹੀਂ। ਬਾਕੀ ਹਰ ਚੀਜ਼ ਦੀ ਕੀਮਤ ਹੈ, ਹਰ ਚੀਜ਼ ਮਿਲਦੀ ਹੈ, ਲੇਕਿਨ ਇਹ ਮਿਲਣਾ ਬਹੁਤ ਮੁਸ਼ਕਲ ਹੈ। ਉਹ ਈਸ਼ਵਰ ਦਾ ਨਾਮ ਜਿਹੜਾ ਉਹ ਜਪਦੇ ਹੈ ਜਿਹਦੇ ਨਾਲ ਸਾਡੀ ਕਲਿਆਣ ਹੋਣੀ ਹੈ ਔਰ ਜਿਹਦੇ ਨਾਲ ਸਾਨੂੰ ਸੁਖ ਮਿਲਦਾ ਹੈ। ਔਰ ਕਿਸੇ ਵੀ ਕੰਮ ਨਾਲ ਸਾਨੂੰ ਸੁਖ ਨਹੀਂ ਮਿਲ ਸਕਦਾ। ਤੁਸੀਂ ਹਰ ਪਾਸੇ ਧਿਆਨ ਦਿਓ, ਰਾਜਿਆਂ ਮਹਾਰਾਜਿਆਂ ਵੱਲ ਧਿਆਨ ਦਿਓ, ਸ਼ਾਹੂਕਾਰਾਂ ਵੱਲ ਧਿਆਨ ਦਿਓ, ਬੜੇ ਬੜੇ ਪਰਿਵਾਰ ਜਿਨ੍ਹਾਂ ਦੇ ਉਹਨਾਂ ਵੱਲ ਧਿਆਨ ਦਿਓ। ਕੀ ਸੁਖ ਹੈ? ਕਿੱਥੋਂ ਸੁਖ ਲਏਗਾ ਬੰਦਾ? ਇੱਕ ਫਕੀਰ ਨੇ ਲਿਖਿਆ, ਨਾ ਸੁਖ ਵਿੱਚ ਗ੍ਰਸਦੇ ਨਾ ਛੱਡ ਗਿਆ, ਸੁਖ ਹੈ ਵਿੱਚ ਸੰਦੋਖ ਦੇ ਜਾਂ ਸੰਤਾਂ ਦੀ ਸ਼ਰਨ ਪਿਆ। ਸੁਖ ਭਾਈ ਸੰਦੋਖ 'ਚ ਮਿਲਣਾ ਹੈ ਜਾਂ ਕਿਸੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਜਾ ਕੇ ਅਸੀਂ ਉਹਨਾਂ ਪਾਸੋਂ ਸਲਾਹ ਮਸ਼ਵਰਾ ਲੈਵਾਂਗੇ। ਜੋ ਵੀ ਸਾਨੂੰ ਉਹ ਸਲਾਹ ਦੇਣਗੇ ਉਸ ਸਲਾਹ 'ਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰਾਂਗੇ, ਫਿਰ ਸਾਨੂੰ ਸੁਖ ਮਿਲੇਗਾ। ਉਹ ਸਾਨੂੰ ਚੰਗਾ ਕੰਮ ਦੱਸਣਗੇ, ਮਾੜਾ ਨਹੀਂ ਦੱਸਦੇ, ਅੱਛਾ ਕੰਮ ਦੱਸਣਗੇ ਜਿਹਦੇ ਨਾਲ ਸਾਡੀ ਕਲਿਆਣ ਹੋ ਜਾਏਗੀ। ਹਾਂਜੀ। ਦਾਦੂ ਦਾਵਾ ਦੂਰ ਕਰ ਨਿਰਦਾਵੇ ਦਿਨ ਕੱਟ ਕੀਤੇ ਸੌਦਾ ਕਰ ਗਏ ਪੰਸਾਰੀ ਕੇ ਹਾਟ। ਸਾਡੇ ਅੰਦਰ ਹਰ ਇੱਕ ਚੀਜ਼ ਦਾ ਹੰਕਾਰ ਤੇ ਮਾਣ ਰਹਿੰਦਾ ਹੈ। ਕਿਸੇ ਨੂੰ ਦੌਲਤ ਮਾਇਆ ਦਾ ਮਾਣ ਹੈ, ਕਿਸੇ ਨੂੰ ਅਕਲ ਸ਼ਕਲ ਦਾ ਮਾਣ ਹੈ, ਕਿਸੇ ਨੂੰ ਧੀਆਂ ਪੁੱਤਰਾਂ ਦਾ ਮਾਣ ਹੈ, ਕਿਸੇ ਨੂੰ ਰਿਸ਼ਤੇਦਾਰਾਂ ਦਾ ਮਕਾਨ ਹੈ, ਇਹ ਮਾਣ ਹੈ। ਇਸ ਤਰ੍ਹਾਂ ਸਾਨੂੰ ਹਰ ਬੰਦੇ ਨੂੰ ਸਾਡੇ ਅੰਦਰ ਕੋਈ ਨਾ ਕੋਈ ਹੰਕਾਰ ਤੇ ਮਾਣ ਚੱਲਦਾ ਰਹਿੰਦਾ। ਪਰ ਦਾਦੂ ਸਾਹਿਬ ਜੀ ਕਹਿੰਦੇ ਤੂੰ ਕਿਸੇ ਵੀ ਚੀਜ਼ ਦਾ ਮਾਣ ਨਾ ਕਰ, ਇਹ ਸਭ ਨਾਸ਼ਵਾਨ ਚੀਜ਼ਾਂ ਨੇ, ਇਹ ਕੋਈ ਵੀ ਤੇਰਾ ਸਾਥ ਦੇਣ ਵਾਲੀ ਨਹੀਂ। ਬਿਨ ਦਾਵੇ ਦਿਨ ਕੱਟ, ਜਿਹੜੇ ਵੀ ਦਿਨ ਇੱਥੇ ਕੱਟਣੇ ਆ ਤੇ ਬਗੈਰ ਦਾਵੇ ਦੇ, ਬਗੈਰ ਹੰਕਾਰ ਤੇ ਮਾਣ ਦੇ ਦਿਨ ਕੱਟ। ਦੇਖ ਇੱਥੇ ਕਈ ਸੌਦਾ ਕਰ ਗਏ ਹੈ, ਬੜੇ ਬੜੇ ਦੁਨੀਆ ਤੇ ਆਏ ਹੈ, ਔਰ ਜੋ ਜੋ ਵੀ ਉਹਨਾਂ ਸੌਦਾ ਕੀਤਾ ਉਹਨਾਂ ਨੂੰ ਉਹ ਮਿਲਣਾ ਹੈ। ਜਿਸ ਨੇ ਚੰਗਾ ਕੀਤਾ ਚੰਗਾ ਮਿਲੇਗਾ, ਜਿਸ ਨੇ ਮਾੜਾ ਕੀਤਾ ਮਾੜਾ ਮਿਲੇਗਾ। ਹਾਂਜੀ। ਦਾਦੂ ਦਾਵਾ ਆਦ ਕਾ ਨਿਰਦਾਵਾ ਕੈਸਾ ਦਿਲ ਕੀ ਦੁਰਮਤ ਦੂਰ ਕਰ ਸੌਦਾ ਕਰ ਐਸਾ। ਦਾਦੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ। ਅਸੀਂ ਬਹੁਤ ਸਾਰੇ ਲੋਕ ਜਦੋਂ ਵੀ ਕਿਸੇ ਨਾਲ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਜੀ ਸਾਡੇ 'ਚ ਕੋਈ ਮਾਣ ਨਹੀਂ ਹੈ, ਸਾਡੇ 'ਚ ਕੋਈ ਹੰਕਾਰ ਨਹੀਂ ਹੈ। ਪਰ ਦਾਦੂ ਸਾਹਿਬ ਜੀ ਫਰਮਾਉਂਦੇ ਹੈ ਕਿ ਇਹ ਤੇਰਾ ਪਤਾ ਲੱਗ ਜਾਏਗਾ ਕਿ ਤੇਰੇ ਵਿੱਚ ਹੰਕਾਰ ਤੇ ਮਾਣ ਹੈ ਜਾਂ ਨਹੀਂ ਹੈ। ਹੈ ਦਾਦੂ ਤੂੰ ਦਾਵੇ ਨੂੰ ਦੂਰ ਕਰ, ਬਿਨ ਦਾਵੇ ਕੈਸਾ, ਦਿਲ ਕੀ ਦੁਰਮਤ ਦੂਰ ਕਰ ਸੌਦਾ ਕਰ ਐਸਾ। ਤੂੰ ਦਿਲ ਦੀ ਦੂਈ ਨੂੰ ਦੂਰ ਕਰ, ਇਹ ਸੌਦਾ ਕਰ, ਫਿਰ ਪਤਾ ਲੱਗੇਗਾ ਕਿ ਤੇਰੇ 'ਚ ਦਾਵਾ ਹੈ ਜਾਂ ਨਹੀਂ ਹੈ। ਜੇ ਤੇਰੇ ਵਿੱਚ ਦੂਈ ਹੈ, ਸਾਈਂ ਬੁੱਲੇ ਸ਼ਾਹ ਨੇ ਕਿਹਾ ਦੂਈ ਦੂਰ ਕਰ, ਕੋਈ ਹੋਰ ਨਹੀਂ ਸਭ ਸਾਧ ਦੱਸੇ ਕੋਈ ਚੋਰ ਨਹੀਂ। ਭਾਈ ਤੂੰ ਦੂਈ ਨੂੰ ਦੂਰ ਕਰ ਦੇ, ਸਭ ਪਰਮਾਤਮਾ ਦੇ ਜੀਵ ਨੇ, ਉਸ ਈਸ਼ਵਰ ਦੇ ਜੀਵ ਨੇ ਸਾਰੇ, ਕੋਈ ਹੋਰ ਤੇ ਹੈ ਨਹੀਂ। ਲੇਕਿਨ ਉਸ ਦੂਈ ਨੂੰ ਦੂਰ ਕਿਸੇ ਮਹਾਂਪੁਰਖਾਂ ਹੀ ਕੀਤਾ ਹੈ,
ਸਾਡੇ ਵਿੱਚ ਤਾਂ ਦੂਈ ਹੀ ਪ੍ਰਵੇਸ਼ ਕਰਦੀ ਰਹਿੰਦੀ ਹੈ। ਉਹ ਮਹਾਂਪੁਰਖ ਹੀ ਦੂਰ ਕਰਦੇ ਆ ਜਿਹੜੇ ਸਾਰਿਆਂ ਨਾਲ ਪਿਆਰ ਕਰਦੇ ਆ। ਉਹ ਚੰਗੇ ਨਾਲ ਪਿਆਰ ਕਰਦੇ ਆ, ਮਾੜੇ ਨਾਲ ਵੀ ਪਿਆਰ ਕਰਦੇ ਆ। ਉਹ ਸਾਰਿਆਂ ਨੂੰ ਬਚਾਉਣਾ ਚਾਹੁੰਦੇ ਆ ਇਸ ਦੁਨੀਆ 'ਚੋਂ, ਹਰ ਤਰੀਕੇ ਨਾਲ ਬਚਾਉਣ ਦੀ ਕੋਸ਼ਿਸ਼ ਕਰਦੇ ਆ। ਲੇਕਿਨ ਜੇ ਉਹਨਾਂ ਦੇ ਆਖੇ ਲੱਗ ਜਾਏ ਬੰਦਾ ਤਾਂ ਬਚ ਸਕਦਾ ਹੈ, ਉਹਨਾਂ ਦੇ ਅਸੂਲਾਂ 'ਤੇ ਚਲੇ। ਅਗਰ ਨਹੀਂ ਆਖੇ ਲੱਗੇ ਤਾਂ ਫਿਰ ਕੀ? स्वामी जी महाराज ने बाणी 'ਚ फरमाया है, राधा स्वामी कहत सुनाई, नहीं मनो ते भुगतो पाई। स्वामी जी महाराज ने फरमाया है कि असी तुहानू कह के सुना दिता है, अगर तुसी नहीं मनोगे तो तुहानू ही भुगतना पैना, असी नहीं भुगतना। ये दुख तुहानू सहना पैणगे जे तुसी ना मनोगे। हाँ जी। दादू दावा आद का निर्दावा कैसा, दिल की दुर्मत दूर कर, सौदा कर ऐसा, नाही तहाँ से सब हुआ, फिर नाही हो जाए, दादू नाही हो रहो, साहिब से लौलाए। दादू साहब जी बड़े प्यार दे नाल फरमा रहे है, ऐ दादू जो कुछ भी तू करना है इसे जन्म दे विच कर सकदा है, इस तो बाद तू कुछ भी नहीं कर सकता। ऐस जन्म के बाद तू कहेगा कि मैं भगती करांगा, कादे नाल भगती करेगा? तेरी भुख दूर नहीं हो सकनी, तेरी प्यास दूर नहीं हो सकनी, तैनू बहन खलोण वास्ते जगह ही नहीं मिलनी। तू किस तरह भगती कर, किस तरह तू सुख लएगा? ऐसे जन्म दे विच तू जो कुछ करना है कर लै। इस जन्म विच तैनू परमात्मा ने तेरी सेवती वास्ते हर एक चीज़ बनाई है, हर एक चीज़ तेरे सुख वास्ते बनाई है। देखो मालिक ने मनुष्य जन्म वास्ते मकान भी बनाए, कपड़े भी बनाए है, खाना पीना भी बनाया है। बड़े आराम दे नाल असी अपनी मर्जी नाल खांदे पींदे हाँ, अपनी मर्जी नाल बैठते खड़ोंदे हाँ। इनू खुद मुख्तियारी दी है उस मालिक ने। दूसरियां जूना वाल देखो तुसी की हालत उन्हां दी हो रही है। उन्हां वाल देख के सानू डर आना चाहिए ते असी संतां महापुरखां दे कहने मुताबिक चलना चाहिए कि किते सानू मुड़ के उस जगह ना जाना पवे, किते उसे जन्मां दे विच नहीं सानू जाना पवे। इस गल तो सानू डरना चाहिए, हर समय ही डरना चाहिए। इसे वास्ते स्वामी जी महाराज फरमाते मौत से डरते रहो दिन रात। भाई डर, दिन रात डर। तू किसी की मौत वाल ना देख, अपनी वाल देख। हाँ जी। नाही तहाँ से सब हुआ, फिर नाही हो जाए, फिर नहीं होगा कुछ भी। दादू साहब जी फरमाते हैं कि फिर तो कुछ नहीं कर सकता तू, हुणे जो कुछ करना हुणे कर ले, हुण तैनू टाइम मिलिया है। हाँ जी। दादू नाही हो रहो, साहिब से लौलाए, उपजे बिन से गुण तरे, ये माया का रूप, दादू देखत थिर नहीं, छिन छाया छिन धूप। जिथे साडा मन 24 घंटे वजा रहिंदा है, जिहदे वास्ते असी दिन रात माड़े कर्म करके जिसनों असी अपने
ਦੌਲਤ ਮਾਇਆ ਇਕੱਠੀ ਕਰਦੇ ਹਾਂ ਜਾਂ ਔਰ ਜਾਇਦਾਦਾਂ ਬਣਾਉਂਦੇ ਹਾਂ, ਉਹਦੇ ਬਾਰੇ ਦਾਦੂ ਸਾਹਿਬ ਜੀ ਫਰਮਾ ਰਹੇ ਭਾਈ ਇਹ ਥਿਰ ਰਹਿਣ ਵਾਲੀ ਚੀਜ਼ ਨਹੀਂ, ਇਹ ਇੱਕ ਦਰਖਤ ਦਾ ਸ਼ੌਰਾ ਹੈ। ਦਰਖਤ ਦਾ ਸ਼ੌਰਾ ਦਿਹਾੜੀ ਵਿੱਚ ਕਿਤੇ ਨਾ ਥਾਂ 'ਤੇ ਬਦਲਦਾ ਹੈ। ਸਵੇਰੇ ਕਿੱਧਰ ਹੁੰਦਾ ਹੈ, ਦੁਪਹਿਰ ਵੇਲੇ ਕਿੱਧਰ ਜਾਂਦਾ ਹੈ, ਸ਼ਾਮ ਵੇਲੇ ਕਿੱਧਰ ਜਾਂਦਾ ਹੈ। ਇੱਕ ਦਿਨ ਦੇ ਵਿੱਚ ਕਿਤਨੀਆਂ ਤਬਦੀਲੀਆਂ ਉਸ ਦੀਆਂ ਹੁੰਦੀਆਂ ਨੇ। ਐ ਦਾਦੂ ਇਹ ਥਿਰ ਰਹਿਣ ਵਾਲੀ ਚੀਜ਼ ਨਹੀਂ। ਫਕੀਰ ਜਦ ਨਾਮ ਜਪਦੇ ਹੈ ਉਹਨਾਂ ਨੂੰ ਹਰ ਚੀਜ਼ ਵੱਲ ਦੇਖਣਾ ਪੈਂਦਾ ਹੈ। ਖਾਣਾ ਪੀਣਾ ਦੇਖਣਾ ਪੈਂਦਾ ਹੈ, ਰਹਿਣਾ ਬਹਿਣਾ ਦੇਖਣਾ ਪੈਂਦਾ ਹੈ। ਇੱਕ ਫਕੀਰ ਸੀ, ਬਾਹਰ ਜਦ ਵੀ ਕਿਤੇ ਪਿੰਡ ਸ਼ਹਿਰ ਵਿੱਚ ਜਾਣਾ ਤੇ ਬਾਹਰ ਲੋਕਾਂ ਨੂੰ ਪੁੱਛਣਾ ਕਿ ਕੋਈ ਨੇਕ ਪਾਕ ਬੰਦਾ ਹੈ, ਕੋਈ ਰੱਬ ਦੇ ਭੈ ਵਾਲਾ ਹੈ, ਤਾਂ ਜੈਸਾ ਕੋਈ ਹੁੰਦਾ ਹੈ ਵੈਸਾ ਲੋਕੀ ਦੱਸ ਦਿੰਦੇ ਹੈ। ਕਿਸੇ ਨੇ ਦੱਸਿਆ ਕਿ ਇੱਥੇ ਇੱਕ ਮਾਈ ਹੈ, ਉਹ ਸੂਤਰ ਕੱਤ ਕੇ ਗੁਜ਼ਾਰਾ ਕਰਦੀ ਹੈ। ਮਹਾਤਮਾ ਜੀ ਉਹਦੀ ਕਮਾਈ ਵਿੱਚ ਕੋਈ ਰਲਾ ਨਹੀਂ ਹੈਗਾ, ਬੜੀ ਨਰੋਲ ਕਮਾਈ ਹੈ ਉਸ ਦੀ, ਤੁਸੀਂ ਉਹਦੇ ਘਰ ਚਲੇ ਜਾਓ। ਮਹਾਤਮਾ ਉਸ ਮਾਈ ਦੇ ਘਰ ਚਲਾ ਗਿਆ। ਇੱਕ ਦੋ ਦਿਨ ਰਿਹਾ, ਭਜਨ ਬਣਦਾ ਰਿਹਾ। ਇੱਕ ਦਿਨ ਮਾਈ ਨੇ ਉਹਦੇ ਪੜੋਸ ਵਿੱਚ ਕੰਜਰੀ ਦਾ ਘਰ ਸੀ। ਜਦੋਂ ਕੰਜਰੀ ਨੇ ਆਪਣਾ ਗੈਸ ਜਗਾਇਆ ਰਾਤ ਵੇਲੇ ਤੇ ਬਾਰੀ ਰਾਹੀਂ ਮਾਈ ਦੇ ਕਮਰੇ 'ਚ ਉਹਦੀ ਰੋਸ਼ਨੀ ਪਈ ਤੇ ਮਾਈ ਨੇ ਆਪਣਾ ਦੀਵਾ ਬੁਝਾ ਦਿੱਤਾ। ਦੀਵਾ ਬੁਝਾ ਦਿੱਤਾ। ਉਸ ਰੋਸ਼ਨੀ ਦੇ ਨਾਲ ਉਸ ਨੇ ਸੂਤਰ ਕੱਤਿਆ ਔਰ ਉਹ ਸੂਤਰ ਜਦ ਬਾਜ਼ਾਰ ਵੇਚਿਆ, ਰਾਸ਼ਨ ਪਾਣੀ ਲਿਆਂਦਾ, ਜਦੋਂ ਮਹਾਤਮਾ ਨੇ ਖਾਧਾ ਤਾਂ ਫਿਰ ਮਨ ਕਿੱਥੇ ਖਲੋਵੇ, ਮਨ ਤੋਂ ਸਲਾਂਗਾ ਮਾਰੇ। ਮਹਾਤਮਾ ਨੇ ਸੋਚਿਆ ਹੁਣ ਮਾਈ ਦੀ ਕਮਾਈ 'ਚ ਹਰਾਮ ਦਾ ਦਖਲ ਹੋ ਗਿਆ। ਮਾਈ ਸਾਨੂੰ ਛੁੱਟੀ ਦੇ, ਅਸੀਂ ਚਲੀਏ, ਤੇਰੀ ਨਰੋਲ ਕਮਾਈ ਨਹੀਂ ਰਹੀ। ਜਿਹੜਾ ਬੰਦਾ ਕੁਛ ਕਰਦਾ ਉਹਨੂੰ ਸਮਝ ਨਹੀਂ ਆਉਂਦੀ, ਇਹ ਦੂਸਰੇ ਨੂੰ ਪਤਾ ਹੁੰਦਾ ਹੈ। ਮਾਈ ਨੇ ਸੋਚਿਆ ਕਿ ਮੇਰੀ ਕਮਾਈ 'ਚ ਕੀ ਹੋਇਆ। ਮਹਾਤਮਾ ਜੀ ਤੁਸੀਂ ਇੱਕ ਦੋ ਦਿਨ ਰਹੋ ਤੇ ਮੈਨੂੰ ਦੱਸੋ ਮੇਰੀ ਗਲਤੀ ਕੀ ਹੈ। ਮਹਾਤਮਾ ਇੱਕ ਦਿਨ ਫਿਰ ਰਿਹਾ। ਜਦੋਂ ਉਸ ਨੇ ਗੈਸ ਜਗਾਇਆ ਕੰਜਰੀ ਨੇ ਰਾਤ ਵੇਲੇ ਤੇ ਮਾਈ ਨੇ ਆਪਣਾ ਦੀਵਾ ਬੁਝਾ ਦਿੱਤਾ ਤੇ ਮਹਾਤਮਾ ਨੇ ਕਿਹਾ ਮਾਈ ਇਹ ਹੁਣ ਨੁਕਸ ਜੇ, ਤੂੰ ਕੰਜਰੀ ਦੇ ਗੈਸ ਦੀ ਰੋਸ਼ਨੀ ਨਾਲ ਸੂਤਰ ਕੱਤ ਰਹੀ ਹੈ ਔਰ ਇਹਦੇ ਵਿੱਚ ਹਰਾਮ ਦਾ ਦਖਲ ਹੋ ਗਿਆ। ਤੇਰੀ ਕਮਾਈ ਜਿਹੜੀ ਨਰੋਲ ਨਹੀਂ ਰਹੀ। ਇੱਥੋਂ ਤੱਕ ਬੰਦਗੀ ਜਿਹੜੀ ਹੈ, ਜਿਹੜੇ ਸਾਧੂ ਬੰਦਗੀ ਕਰਦੇ ਹੈ ਉਹ ਸਭ ਕੁਝ ਸੋਚਦੇ ਹੈ, ਖਾਣ ਪੀਣ ਵਾਸਤੇ ਸੋਚਦੇ ਹੈ, ਰਹਿਣ ਬਹਿਣ ਵਾਸਤੇ ਸੋਚਦੇ ਹੈ। ਇੱਕ ਮਹਾਤਮਾ ਦੀ ਕਈ ਵਾਰ ਸਾਖੀ ਸੁਣਾਈ ਹੈ ਕਿ ਉਹ ਕਿਸੇ ਪਿੰਡ ਦੇ ਲਾਗੇ ਰਹਿੰਦਾ ਸੀ ਤੇ ਰੋਜ਼ ਹੀ ਦਾਣਾ ਮੰਡੀ ਲੱਗਦੀ, ਉਸ ਮੰਡੀ 'ਚ ਜਾਣਾ, ਉੱਥੋਂ ਚਣੇ ਚੁੱਕ ਕੇ ਲਿਆਉਣੇ, ਭੁੰਨ ਕੇ ਤੇ ਉਹ ਚੱਬ ਲੈਣੇ ਤੇ ਪਾਣੀ ਪੀ ਕੇ ਲੈਣਾ, ਆਪਣਾ ਗੁਜ਼ਾਰਾ ਕਰਦੇ ਰਹਿਣਾ ਤੇ ਭਜਨ ਕਰਦੇ ਰਹਿਣਾ। ਇੱਕ ਦਿਨ ਬੱਦਲ ਲੱਗਾ ਤੇ ਸੋਚਿਆ ਅੱਜ 2 ਦਿਨ ਦੇ ਲੈ ਜਾਂਦੇ ਹਾਂ ਚੁਣ ਕੇ। ਜਦੋਂ 2 ਦਿਨ ਦੇ ਲਏ, ਇੱਕ ਦਿਨ ਦੇ ਬਣਾ ਲਏ, ਇੱਕ ਉਹਨਾਂ ਸਪੇ ਰੱਖੇ ਪਰ ਰੱਖਣ ਵਾਸਤੇ ਥਾਂ ਨਹੀਂ ਸੀ। ਉਹਨਾਂ ਨੂੰ ਵੇਚ ਦਿੱਤਾ ਇੱਕ ਪਠਿਆਰਨ ਦੇ ਪਾਸ। ਇਹ ਕਾਨੇ ਦੇ ਵੇਚ ਦਿੱਤੇ ਕਿ ਸਵੇਰੇ ਅਸੀਂ ਇਹਦੇ ਮੁੱਲ ਲੈ ਲਵਾਂਗੇ। ਮੁੱਲ ਲੈਣ ਵਾਸਤੇ ਵੀ ਕਈ ਜਿਹੜੇ ਸ਼ਰੀਫ ਲੋਕ, ਅੱਛੇ ਲੋਕ ਨੇ, ਉਹ ਵੀ ਦੇਖਦੇ ਜੇ ਕਿਸੇ ਦਾ ਪਸ਼ੂ ਖਰੀਦਣਾ ਹੈ ਤਾਂ ਉਹ ਵੀ ਉਹਦੀ ਅਨੁਕਾਰੀ ਕਰਦਾ ਹੈ ਕਿ ਪਸ਼ੂ ਦੇ ਪਹਿਲਾਂ ਜਿਹੜਾ ਪਸ਼ੂ ਸੀ ਉਹ ਕਿੱਦਾਂ ਦਾ ਸੀ। ਜੇ ਕਿਸੇ ਦੇ ਕੋਈ ਅਨਾਜ ਖਰੀਦਦਾ ਤੇ ਉਹ ਵੀ ਕਹਿੰਦਾ ਵੀ ਇਹਦੀ ਕਮਾਈ ਕਿਸ ਤਰ੍ਹਾਂ ਦੀ ਹੈ, ਕਿਸ ਤਰ੍ਹਾਂ ਦੀ ਮਿਹਨਤ ਕਰਦਾ, ਕੋਈ ਅੱਛਾ ਬੰਦਾ ਹੈ। ਜਿਸ ਵਕਤ ਉਸ ਨੇ ਉਹ ਆਨੇ ਦੇ ਚਣੇ ਪੁਣਾਏ, ਪਠਾਰਨ ਕੋਲ ਨੂੰ ਚਬਦਾ ਚਬਦਾ ਆਇਆ, ਬੁੱਧ ਪਰਿਸ਼ਟ ਹੋ ਗਈ। ਪਿੰਡ ਦੇ ਬਾਹਰ ਇੱਕ ਛੱਪੜ ਸੀ,
ਉਹਦੇ ਇੱਕ ਲੜਕਾ ਖੇਡਦਾ ਸੀ, ਉਹਦੇ ਗਲ 'ਚ ਸੋਨੇ ਦਾ ਤਵੀਰ ਸੀ। ਪਿੰਡ ਦਾ ਮੋਹਤਬਾਰ ਬੰਦਾ ਸੀ ਜਿਸ ਦਾ ਇੱਕੋ ਇੱਕ ਲੜਕਾ ਸੀ। ਉਸ ਨੇ ਤਵੀਰ ਖੋਲ੍ਹ ਲਿਆ। ਉਸ ਲੜਕੇ ਨੂੰ ਫੜ ਕੇ ਤੇ ਪਿਛਲੇ ਜ਼ਮਾਨਿਆਂ ਦੇ ਵਿੱਚ ਲੱਕੜਾਂ ਲੁਕੜਾਂ ਸੁੱਟ ਦਿੰਦੇ ਹੁੰਦੇ ਸੀ ਛੱਪੜਾਂ 'ਚ ਲੋਕੀ, ਲੱਕੜ ਦੇ ਥੱਲੇ ਦੇ ਦਿੱਤਾ। ਉਹ ਲੜਕਾ ਮਰ ਗਿਆ। ਜਿਸਲੇ ਲੜਕਾ ਮਰ ਗਿਆ ਤੇ ਰੌਲਾ ਪੈ ਗਿਆ ਪਿੰਡ ਵਿੱਚ, ਪੁਲਿਸ ਆ ਗਈ, ਸਾਰੇ ਅਣਕਾਰੀ ਹੋਣਾ ਸ਼ੁਰੂ ਹੋ ਗਈ, ਮਾਰ ਕੁੱਟ ਸ਼ੁਰੂ ਹੋ ਗਈ। ਜਦੋਂ ਉਹ ਫਕੀਰ ਭਜਨ ਬੈਠਾ, ਉਹ ਨਸ਼ਾ ਜਦੋਂ ਲੱਥਾ ਤੇ ਸੋਚਦਾ ਇਹ ਕੀ ਬਣਿਆ। ਇੱਕ ਮੈਂ ਪਾਪ ਕੀਤਾ, ਉਹ ਲੜਕਾ ਮਾਰਿਆ। ਦੂਸਰਾ ਪਾਪ ਹੈ ਜਿਹੜੇ ਅਣਜਾਣ ਬੰਦੇ ਹੈ ਜਿਨ੍ਹਾਂ ਨੂੰ ਪੁਲਿਸ ਮਾਰ ਕੁੱਟ ਕਰ ਰਹੀ ਹੈ, ਇਹ ਵੀ ਇੱਕ ਪਾਪ ਹੈ। ਪੁਲਿਸ ਦੇ ਪਾਸ ਉਹ ਫਕੀਰ ਚਲਾ ਗਿਆ ਕਿ ਮਹਾਰਾਜ ਇਹ ਲੜਕਾ ਤੇ ਮੈਂ ਮਾਰਿਆ। ਪੁਲਿਸ ਵਾਲਿਆਂ ਥਾਣੇਦਾਰ ਨੇ ਪੁੱਛਿਆ ਘਰ ਵਾਲਿਆਂ ਨੂੰ ਕਿ ਕਿਆ ਇਹਦਾ ਕੋਈ ਤੁਹਾਨੂੰ ਇਹਦੇ 'ਤੇ ਸ਼ੱਕ ਹੈਗਾ। ਉਹ ਕਹਿਣ ਲੱਗੇ ਜੀ ਇਹ ਬੜੇ ਚਿਰ ਦਾ ਸਾਡੇ ਪਾਸ ਰਹਿੰਦਾ ਇੱਥੇ ਲਾਗੇ, ਕੋਈ ਐਸਾ ਕੰਮ ਕਦੇ ਅਸੀਂ ਸੁਣਿਆ ਨਹੀਂ। ਉਸ ਨੇ ਤਵੀਤ ਕੱਟ ਕੇ ਦਿੱਤਾ। ਉਹ ਮੰਨਣ ਨਾ ਕਿ ਇਹ ਤਵੀਤ ਉਸ ਲੜਕੇ ਦਾ, ਇਹ ਤਵੀਤ ਮੈਂ ਖੋਲਿਆ ਔਰ ਲੜਕੇ ਨੂੰ ਮੈਂ ਮਾਰਿਆ। ਥਾਣੇਦਾਰ ਸਿਆਣਾ ਸੀ, ਉਸਨੇ ਇੱਕ ਸਿਪਾਹੀ ਭੇਜਿਆ ਕਿ ਮਹਾਤਮਾ ਜੀ ਤੁਸੀਂ ਕਿੱਥੋਂ ਆ ਰਹੇ ਸੀ, ਕੀ ਕਰ ਰਹੇ ਸੋ। ਕਹਿੰਦੇ ਪਠਿਆਰਨ ਪਾਸੋਂ ਮੈਂ ਦਾਣੇ ਲਏ ਹੈ, ਉਹ ਮੈਂ ਚਬਦਾ ਚਬਦਾ ਆ ਰਿਹਾ ਸੀ। ਪਠਿਆਰਨ ਦੇ ਪਾਸ ਇੱਕ ਸਿਪਾਹੀ ਨੂੰ ਭੇਜ ਦਿੱਤਾ। ਪੁੱਛਿਆ ਕਿ ਤੂੰ ਜਿਹੜੇ ਦਾਣੇ ਮਹਾਤਮਾ ਨੂੰ ਭੁੰਨ ਕੇ ਦਿੱਤੇ ਸੀ, ਉਹ ਦਾਣੇ ਕਿੱਥੋਂ ਲਏ ਸਨ। ਉਸ ਪਠਿਆਰ ਨੇ ਦੱਸਿਆ ਕਿ ਕਸਾਈ ਦੀ ਲੜਕੀ ਬਣਾ ਕੇ ਲੈ ਗਈ ਸੀ, ਉਹਦੇ ਦੀ ਜਿਹੜੀ ਚੁੰਗ ਬਚੀ ਸੀ ਉਹ ਮੈਂ ਮਹਾਤਮਾ ਨੂੰ ਭੁੰਨ ਕੇ ਦੇ ਦਿੱਤੀ। ਜਦੋਂ ਆ ਕੇ ਥਾਣੇਦਾਰ ਨੂੰ ਦੱਸਿਆ ਤੇ ਥਾਣੇਦਾਰ ਨੇ ਕਿਹਾ ਕਿ ਮਹਾਤਮਾ ਦਾ ਕਸੂਰ ਨਹੀਂ, ਇਹ ਦਾਣਿਆਂ ਦਾ ਕਸੂਰ ਹੈ। ਇਹ ਦਾਣਿਆਂ ਦਾ ਕਸੂਰ ਹੈ। ਉਹ ਰਾਮ ਦੇ ਦਾਣੇ ਮਹਾਤਮਾ ਨੇ ਖਾਧੇ, ਦੀ ਬੁੱਧ ਭ੍ਰਿਸ਼ਟ ਹੋ ਗਈ। ਕਬੀਰ ਸਾਹਿਬ ਜੀ ਮਹਾਰਾਜ ਵੀ ਬਾਣੀ 'ਚ ਫਰਮਾਉਂਦੇ ਹੈ, ਜੈਸਾ ਖਾਈਏ ਅੰਨ ਹੈ ਕਬੀਰ, ਜੈਸਾ ਖਾਈਏ ਅੰਨ ਤੈਸਾ ਹੋ ਜਾਏ ਮਨ। ਜੈਸਾ ਤੂੰ ਅੰਨ ਖਾਏਗਾ ਐਸਾ ਤੇਰਾ ਮਨ ਬਣ ਜਾਏਗਾ। ਅਸੀਂ ਦੁਨੀਆ ਵਿੱਚ ਦੇਖੋ, ਜੈਸਾ ਕੋਈ ਖਾਣਾ ਖਾਂਦਾ ਹੈ ਉਹਦਾ ਸੁਭਾਅ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ। ਜਿਹੜੇ ਸਵਾਰਥ ਖਾਣਾ ਖਾਂਦੇ ਹੈ, ਅੱਛਾ ਖਾਣਾ ਖਾਂਦੇ ਹੈ, ਉਹਨਾਂ ਦੇ ਅੱਛੇ ਖਿਆਲ ਹੁੰਦੇ ਹੈ, ਉਹ ਕੋਈ ਮਾੜਾ ਕਰਮ ਨਹੀਂ ਕਰਦੇ। ਜਿਹੜੇ ਮਾੜੇ ਖਾਣੇ ਖਾਂਦੇ ਹੈ ਉਹ ਚੰਗਾ ਕੰਮ ਕਰ ਨਹੀਂ ਸਕਦੇ। ਕਿਉਂ? ਉਹ ਖਾਣਿਆਂ ਦਾ ਨੁਕਸ ਹੈ। ਕਬੀਰ ਜੈਸਾ ਖਾਈਏ ਅੰਨ ਤੈਸਾ ਹੋ ਜਾਏ ਮਨ। ਜੈਸਾ ਅਸੀਂ ਉਹ ਖਾਣਾ ਖਾਵਾਂਗੇ ਐਸਾ ਸਾਡਾ ਮਨ ਬਣ ਜਾਏਗਾ। ਸਾਡੇ ਮਨ ਦੇ ਵਿੱਚ ਕੋਈ ਐਸਾ ਪਰਹੇਜ਼, ਕੋਈ ਡਰ ਖਤਰਾ ਨਹੀਂ ਰਹੇਗਾ। ਕਿਉਂ? ਉਹਦਾ ਅਸਰ ਹੈ। ਇਸ ਵਾਸਤੇ ਜਿਹੜੇ ਫਕੀਰ ਨਾਮ ਜਪਦੇ ਹੈ ਉਹਨਾਂ ਨੂੰ ਸਾਰੀਆਂ ਸੋਚਾਂ ਵਿਚਾਰਾਂ ਕਰਨਾ ਪੈਂਦੀਆਂ ਨੇ। ਇਹ ਨਾਮ ਐਸਾ ਨਹੀਂ ਖੁੱਲ੍ਹਾ ਕਿ ਜਿਹੜਾ ਜੋ ਮਰਜ਼ੀ ਅਸੀਂ ਕਰੀ ਜਾਈਏ ਤੇ ਨਾਮ ਵੀ ਜਪੀ ਜਾਈਏ। ਨਹੀਂ, ਸਾਨੂੰ ਬਹੁਤ ਬੜੇ ਪਰਹੇਜ਼ ਵੀ ਰੱਖਣਾ ਪੈਂਦੇ ਹੈ ਔਰ ਹਰ ਚੀਜ਼ ਵੱਲ ਦੇਖਭਾਲ ਰੱਖਣਾ ਪੈਂਦੀ ਹੈ। ਹਾਂਜੀ। उपजै बिन सै गुण धरै, ये माया का रूप। दादू देखत थिर नहीं, छिन छाया छिन धूप। विपत पाली गुर संग में, काया कसौटी दोख। नाम बिना किस काम के, दादू संपत सोख। दादू साहब जी बड़े प्यार दे नाल फरमा रहे हैं, अगर कोई ऐसी मुश्किल भी आ जाए, ऐ दादू
कि सतगुर दा संग ना छड्डिया जावे। बेशक को ऐसी मुश्किल आ जाएगी, संग ना छड्डिया जावे। अगर सानू सतगुर दी संगत तो बगैरा सुख भी कोई मिल जाता है, वो किसी काम का नहीं है, वो किसी काम सुख नहीं है। विपत भली गुर संग में काहे कसोटे दुख, नाम बिना किस काम ने दादू समत सुख। अगर तैनू सतगुर की संगत मिल जाए, कोई विपता भी होगी, एक दिन वो दूर हो जाएगी, तेरा प्यार फिर उस तरह बनया रहेगा। अगर तू संगत छड़ देगा, तैनू कोई सुख भी मिल जाएगा, वो किसी काम का नहीं है, वह कौड़ी मुल नहीं है। देखो संत सानू किस तरह समझा से, किस तरह सानू प्यार दे नाल समझा रहे है कि तैनू संगत नहीं छड्डनी चाहिए, सतगुर की शरण नहीं छड्डनी चाहिए। भावें जो मर्जी होवे, तैनू फिर सुख उस तरह मिल जाएगा, उस तरह का तैनू आराम मिल जाएगा। हाँ जी। विपत भली गुर संग में काया कसोटी दोख, नाम बिना किस काम के दादू संपत सोख। क्या मुख ले हंस बोलिए, दादू दीजै रोए। जन्म अमोलक अपना, चला अकारथ खोए। दादू साहब जी बड़े प्यार दे नाल फरमा रहे है, किस मुख दे नाल असी हसीए। कोई दुनिया विच असी नेक पाक काम कीता है। आसा जिहड़ा आउंदा बंदे नूं, कई किस्म दा आसा, एक निजी आसा आउंदा, एक बनौटी आसा आउंदा। बनावटी आसा जिहड़ा वो भी लभ जांदा, जिहड़ा असली आसा वो भी लभ जांदा। असली जो चंगा काम बंदे ने कीता होएगा, अंदर खुशी होवेगी, ते ओदे हासे च बड़ा फर्क होएगा, वो खुशी नाल हसेगा। जिहड़ा बनावटी आसा है, ओदे अंदर खुशी नहीं होवेगी, वो बनावटी हसेगा। दादू साहब जी फरमाउंदे है, ऐ दादू किहड़े मूँह दे नाल असीं हसीए। कोई दुनिया दे विच नेक पाक काम नहीं कीता, अच्छा काम नहीं कीता, माड़े काम कीते है, किहड़े मूँह नाल हसीए। जन्म अमोलक अपना चले अकारतक होए। है दादू अपने जन्म नूं असीं एवें खो के चले। ये जन्म सानू बड़ा अवसर जन्म मिलिया, बड़ा अच्छा जन्म मिलिया सी, बड़ी मालक दी मेहर होई साडे ते, लेकिन असी एवें ही इनू बर्बाद करके चले। बगैर नेक पाक कमां दे, बगैर साध संगत दी सपोर्ट दे बिना असी इस जन्म नू एवें ही गवा के चले। हर एक संत महापुरख साडे जन्म दे बारे सानू समझाउंदे है भाई कि इस जन्म का फायदा लाओ। स्वामी जी महाराज भी बाणी च फरमाउंदे है, मिली नर दे ये तुमको बनाओ कुछ काज अपना। ये नर दे मिली है तैनू, तू अपना कोई काज बना ले। तेरा काज एवें ही जा रहा है, तेरा कोई काम नहीं हो रहा। लेकिन सानू कोई समझ नहीं आउंदी। संत महापुरख दुनिया ते आए, वो रौला पा के चला गए, सानू समझाउंदे समझाउंदे आप चला जाते हैं, लेकिन साडा वातावरण उदा ही रहिंदा है, असी समझते नहीं। जे महापुरखों के आखे लग जाइए तो यही देश जिहड़ा स्वर्ग बन सकता है। स्वर्गां च की है सुख है। अगर असी माड़े कर्म कोई भी ना करिए तो सारे सुखी रहिए, सारिਆਂ ਨੂੰ सुख मिल सकता है।
इस वास्ते कि यही देश जिहड़ा साडा नरक बनिया। क्यों बनिया? कि माड़े कर्मां दे जरिए। जे असी नेक पाक काम करिए, अच्छे काम करिए। कई बार सोचिए जिस घर दे विच सारे जीव अच्छे काम करते हैं वो घर स्वर्ग बनिया हुंदा है। उन्होंने कोई चिंता नहीं, हर चीज़ की मुख्तियारी होंदी है, हर चीज़ की बरकत होंदी है, हर चीज़ परमात्मा उन्होंने देंदा है और कोई भी उन्होंने मुश्किल नहीं होंदी। हर जीव के अंदर खुशी पैदा होंदी है। जिथे कलेश है वो 24 घंटे एक नरक बनया रहिंदा हैगा, चिंता बनी रहिंदी है, बंदे का दिल सड़दा रहिंदा है, वो सुख नहीं मिलता। तो संत सानू यही समझाउंदे है कि भाई सुख का रस्ता तल, सुख के रस्ते चल ताकि तैनू सुख मिल जाए। साढ़े रस्ते ही होर ने। सुख का रस्ता संत दसदे है, नाम जपो, ईश्वर की भगती करो, साध संगत की सेवा करो, ये सुख का रस्ता है। इधर साडा मुहारा ही नहीं होंदा, ध्यान ही नहीं करते इस पासे ते। हाँ जी। क्या मुख ले हंस बोलिए, दादू दीजै रोए, जन्म अमोलक अपना, चलाया कारथ खोए।